फुलकारी कला। माँ जी मैनू भी एक फुलकारी दे दिओ। शहर विच कई कुड़ियां फुलकारी दियां कमीजां पाई फिरदियां ने। साडी अध्यापिका दे घर घर तां परदे भी फुलकारियां दे लगे होए हन। ਉਹ बहुत ही सोहणे लगदे ने। हरमीत ने अपनी मां नूं कहा। ਲੈ ਰਹਿਣ ਦੇ। ਹੁਣ ਕਿੱਥੇ ਮੁੜ ਕੇ ਪੁਰਾਣਾ ਰਿਵਾਜ ਆ ਗਿਆ। ਹੁਣ ਤਾਂ ਫੁਲਕਾਰੀਆਂ ਉਹੀ ਮਨੋਂ ਵਿਸਾਰ ਦਿੱਤੀਆਂ ਨੇ ਲੋਕਾਂ ਨੇ। ਮਾਂ ਜੀ ਬੋਲੇ। ਨਹੀਂ ਨਹੀਂ ਮਾਂ ਜੀ ਹੁਣ ਤਾਂ ਫੁਲਕਾਰੀ ਦੀ ਬਹੁਤ ਕਦਰ ਹੋ ਗਈ ਹੈ। ਬਾਹਰਲੇ ਦੇਸਾਂ ਵਿੱਚ ਵੀ ਇਹਨਾਂ ਦੀ ਬੜੀ ਮੰਗ ਹੋ ਗਈ ਹੈ। ਲਿਆਓ ਤੁਸੀਂ ਵੀ ਜੇ ਕੋਈ ਵੇਚਣੀ ਹੈ। ਨਾ ਭਾਈ ਮੈਂ ਨਹੀਂ ਵੇਚਣੀ। ਫੁਲਕਾਰੀ ਵੀ ਕਦੀ ਵੇਚੀ ਦੀ ਹੈ। ਇਹ ਤਾਂ ਮੈਂ ਤੇਰੇ ਵਿਆਹ ਵਿੱਚ ਦੇਵਾਂਗੀ। ਮੇਰੇ ਕੋਲ ਸੁੱਖੀ ਸਾਂਦੀ ਬਥੇਰੀਆਂ ਫੁਲਕਾਰੀਆਂ ਨੇ। ਨਾਲੇ ਫੁਲਕਾਰੀ ਤਾਂ ਸਗਨ ਦੀ ਚੀਜ਼ ਹੁੰਦੀ ਹੈ। ਫਿਰ ਸਗਨਾਂ ਦੀ ਚੀਜ਼ ਨਹੀਂ ਵੇਚੀ ਦੀ ਹੁੰਦੀ। ਉਂਝ ਜੇ ਤੇਰਾ ਜੀ ਕਰਦਾ ਤਾਂ ਲੈ ਜਾਵੀਂ। ਇੱਕ ਟੂਲ ਦੀ ਫੁਲਕਾਰੀ ਕਮੀਜ਼ ਬਣਾਉਣ ਵਾਸਤੇ ਮਾਂ ਜੀ ਨੇ ਕਿਹਾ। ਮੈਨੂੰ ਦਿਖਾ ਦਿਓ ਸਾਰੀਆਂ ਫੁਲਕਾਰੀਆਂ। ਮੈਨੂੰ ਜਿਹੜੀ ਸੋਹਣੀ ਲੱਗੀ ਲੈ ਲਵਾਂਗੀ। ਹਰਮੀਤ ਨੇ ਮਾਂ ਨੂੰ ਕਿਹਾ। ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀ ਕੱਢਣ ਅੰਦਰ ਸਬਾਤ ਵੱਲ ਚਲੇ ਗਏ। ਹਰਮੀਤ ਵੀ ਨਾਲ ਹੀ ਤੁਰ ਪਈ। ਮਾਂ ਜੀ ਨੇ ਸੰਦੂਕ ਖੋਲਿਆ। ਉਸ ਵਿੱਚ ਬਹੁਤ ਸਾਰੇ ਬਾਗ ਅਤੇ ਫੁਲਕਾਰੀਆਂ ਪਏ ਸਨ। ਹਰਮੀਤ ਨੇ ਹੈਰਾਨ ਜਿਹੇ ਹੁੰਦਿਆਂ ਪੁੱਛਿਆ। ਮਾਂ ਜੀ ਇਹ ਸਾਰੀਆਂ ਤੁਸੀਂ ਹੀ ਕੱਢੀਆਂ ਨੇ? ਹਾਂ ਧੀਏ ਮੈਂ ਹੀ ਕੱਢੀਆਂ ਨੇ। ਕੁਝ ਤੇਰੀ ਨਾਨੀ ਦੇ ਹੱਥਾਂ ਦੀਆਂ ਨੇ। ਉਹ ਮੈਂ ਅਜੇ ਤੱਕ ਸਾਂਭ ਕੇ ਰੱਖੀਆਂ ਨੇ। ਕਹਿੰਦੇ ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀਆਂ ਕੱਢਣ ਲੱਗੇ। ਫੁਲਕਾਰੀਆਂ ਕੱਢ ਕੇ ਉਹ ਬੈਠਕ ਵਿੱਚ ਲੈ ਗਏ। ਫਿਰ ਉਹ ਇਕੱਲੀ ਫੁਲਕਾਰੀ ਬਾਰੇ ਹਰਮੀਤ ਨੂੰ ਦੱਸਣ ਲੱਗੇ। ਹਰਮੀਤ ਨੂੰ ਇਹ ਸਾਰਾ ਕੁਝ ਦੇਖ ਕੇ ਬੜਾ ਹੀ ਅਚੰਭਾ ਲੱਗਿਆ। ਉਹ ਬੜੇ ਧਿਆਨ ਨਾਲ ਆਪਣੀ ਮਾਂ ਦੀਆਂ ਗੱਲਾਂ ਸੁਣ ਵੀ ਰਹੀ ਸੀ ਤੇ ਵਿੱਚ ਮਾਂ ਤੋਂ ਕੁਝ ਸਵਾਲ ਵੀ ਪੁੱਛੀ ਜਾਂਦੀ ਸੀ। ਮਾਂ ਜੀ ਨੇ ਦੱਸਣਾ ਸ਼ੁਰੂ ਕੀਤਾ। ਦੇਖ ਸਭ ਤੋਂ ਪਹਿਲਾਂ ਤੈਨੂੰ ਮੈਂ ਬਾਗ ਦਿਖਾਉਂਦੀ ਹਾਂ। ਇਸ ਦੀ ਕਢਾਈ ਇੰਨੀ ਸੰਘਣੀ ਹੈ ਕਿ ਕੱਪੜਾ ਤਾਂ ਕਿਧਰੇ ਦਿਸਦਾ ਹੀ ਨਹੀਂ। ਆਮ ਫੁਲਕਾਰੀਆਂ ਵਿੱਚ ਇੰਨੀ ਸੰਘਣੀ ਕਢਾਈ ਨਹੀਂ ਹੁੰਦੀ। ਇਹ ਤਾਂ ਬਹੁਤ ਹੀ ਸੋਹਣਾ ਹੈ। ਸੱਚਮੁੱਚ ਹੀ ਬਾਗ ਵਾਂਗ ਇੰਨੀ ਸੰਘਣੀ ਕਢਾਈ ਤਾਂ ਮੈਂ ਕਦੇ ਵੇਖੀ ਹੀ ਨਹੀਂ। ਫਿਰ ਹਰਮੀਤ ਨੇ ਇੱਕ ਹੋਰ ਫੁਲਕਾਰੀ ਚੁੱਕ ਕੇ ਮਾਂ ਜੀ ਤੋਂ ਪੁੱਛਿਆ। ਇਹ ਦੇਖੋ ਮਾਂ ਜੀ ਇਸ ਫੁਲਕਾਰੀ ਨੂੰ ਕੀ ਕਹਿੰਦੇ ਨੇ? ਆਹ ਜਿਹਦੇ ਉੱਪਰ ਤਿਕੋਣੀ ਸ਼ਕਲ ਵਿੱਚ ਕਢਾਈ ਕੀਤੀ ਹੈ ਤੇ ਬਾਕੀ ਸਾਰੀ ਖਾਲੀ ਛੱਡੀ ਹੋਈ ਹੈ। ਇਹ ਕੁੰਗਟ ਬਾਗ ਹੈ। ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ। ਇਹ ਚੋਪ ਹੈ। ਇਹ ਵਿਆਹ ਦੀ ਫੁਲਕਾਰੀ ਹੈ। ਪਹਿਲਾਂ ਚੂੜਾ ਚੜਾਉਣ ਵੇਲੇ ਇਹ ਕੁੜੀ ਉੱਤੇ ਦਿੱਤੀ ਜਾਂਦੀ ਸੀ। ਇਹ ਦੂਜੀਆਂ ਸਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਦੀ ਕਢਾਈ ਖਾਸ ਗੁੰਝਲਦਾਰ ਤੋਪੇ ਨਾਲ ਕੀਤੀ ਜਾਂਦੀ ਹੈ। ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ। ਇਹ ਕੁੜੀਆਂ ਦੇ ਦਾਜ ਦੀ ਖਾਸ ਚੀਜ਼ ਹੁੰਦੀ ਸੀ। ਇਸ ਵਾਂਗ ਸੁਬਰ ਵੀ ਸਗਨਾ ਦਾ ਕੱਪੜਾ ਹੁੰਦਾ ਸੀ। ਇਹਨੂੰ ਲਾਵਾਂ ਫੇਰਿਆਂ ਦੇ ਮੌਕੇ ਉੱਤੇ ਦਿੱਤਾ ਜਾਂਦਾ ਸੀ। ਵੇਖ ਇਹਦੇ ਵਿੱਚ ਕਨੀਆਂ ਦੇ ਨਾਲ ਕਢਾਈ
ਕਢਾਈ ਕੀਤੀ ਹੋਈ ਹੈ। ਇਸ ਦੇ ਵਿਚਕਾਰ ਸਿਰਫ 5 ਫੁੱਲ ਹੀ ਕੱਢੇ ਹੋਏ ਹਨ, ਬਾਕੀ ਦਾ ਹਿੱਸਾ ਸਾਫ਼ ਹੈ। ਮਾਂ ਜੀ ਨੇ ਮੈਨੂੰ ਜਾਣਕਾਰੀ ਦਿੰਦਿਆਂ ਕਿਹਾ। ਮਾਂ ਜੀ ਨੇ ਮੈਨੂੰ ਜਾਣਕਾਰੀ ਦਿੰਦਿਆਂ ਕਿਹਾ। ਮਾਂ ਜੀ ਉਹ ਵੀ ਚੋਪ ਸੀ ਜਿਹੜਾ ਉਦੋਂ ਭੈਣ ਜੀ ਦੇ ਵਿਆਹ ਤੇ ਡੋਲੀ ਤੋਰਨ ਸਮੇਂ ਉਹਨਾਂ ਉੱਪਰ ਤਾਣਿਆ ਹੋਇਆ ਸੀ। ਹਰਮੀਤ ਨੇ ਉਤਸੁਕਤਾ ਨਾਲ ਪੁੱਛਿਆ। ਨਾ ਨਾ, ਉਹ ਤਾਂ ਤਿਲ ਪਤਰਾਸੀ, ਉਹਦੀ ਤਾਂ ਸਿੱਧੀ ਜਿਹੀ ਕਢਾਈ ਸੀ ਤੇ ਕਢਾਈ ਕੀਤੀ ਵੀ ਸਿਰਫ ਕੰਨੀਆਂ ਤੇ ਹੀ ਸੀ, ਵਿਚਾਲੇ ਤਾਂ ਵਿਰਲੀ ਕਢਾਈ ਹੀ ਕੀਤੀ ਹੋਈ ਸੀ। ਫਿਰ ਇੱਕ ਹੋਰ ਫੁਲਕਾਰੀ ਦਿਖਾਉਂਦੇ ਹੋਏ ਮਾਂ ਜੀ ਬੋਲੇ, ਆਹ ਦੇਖ, ਇਹ ਨੀਲਕ ਹੈ। ਇਹਦੀ ਕਢਾਈ ਤਾਂ ਸਾਦੀ ਹੈ, ਪਰ ਇਸ ਦਾ ਰੰਗ ਨੀਲਾ ਹੋਣ ਕਰਕੇ ਹੀ ਇਸ ਨੂੰ ਨੀਲਕ ਕਹਿੰਦੇ ਹਨ। ਮਾਂ ਜੀ, ਤੁਹਾਡੇ ਕੋਲ ਤਾਂ ਬਹੁਤ ਕਿਸਮਾਂ ਦੀਆਂ ਫੁਲਕਾਰੀਆਂ ਨੇ, ਭਲਾ ਇਹਨਾਂ ਦੀ ਕੋਈ ਹੋਰ ਕਿਸਮ ਵੀ ਹੁੰਦੀ ਹੈ? ਇੱਕ ਹੋਰ ਫੁਲਕਾਰੀ ਵੀ ਹੁੰਦੀ ਹੈ ਜਿਹਦੇ ਉੱਪਰ ਛੋਟੇ-ਛੋਟੇ ਸ਼ੀਸ਼ਿਆਂ ਦੇ ਟੁਕੜੇ ਜੜੇ ਹੁੰਦੇ ਹਨ। ਉਹਨੂੰ ਛਮਾਸ ਕਹਿੰਦੇ ਹਨ। ਉਹ ਬਹੁਤ ਸੋਹਣੀ ਲੱਗਦੀ ਹੈ। ਤੇਰੀ ਮਾਸੀ ਕੋਲ ਹੈ ਇੱਕ ਛਮਾਸ, ਜਦੋਂ ਕਦੇ ਉੱਥੇ ਗਈ ਤਾਂ ਵੇਖ ਆਵੀਂ। ਮਾਂ ਜੀ, ਇੰਨੀ ਕਢਾਈ ਹੱਥਾਂ ਨਾਲ ਕੀਤੀ ਹੈ ਜਾਂ ਮਸ਼ੀਨਾਂ ਨਾਲ? ਮਸ਼ੀਨਾਂ ਉਦੋਂ ਡੁੱਬਣੀਆਂ ਕਿੱਥੇ ਹੁੰਦੀਆਂ ਸਨ? ਇਹ ਮਸ਼ੀਨਾਂ ਦਾ ਤਾਂ ਹੁਣੇ ਚੱਲਿਆ ਰਿਵਾਜ, ਤਾਂ ਹੀ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕਸੀਦਾ ਕੱਢਣਾ ਭੁੱਲ ਗਿਆ। ਕਢਿਆ ਕਢਾਇਆ ਜੋ ਮਿਲ ਜਾਂਦਾ ਹੈ ਸਭ ਕੁਝ। ਮਾਂ ਜੀ ਨੇ ਕਸੀਦੇ ਦੇ ਘਟ ਰਹੇ ਸ਼ੌਂਕ ਤੇ ਔਖਿਆਂ ਹੁੰਦੇ ਕਿਹਾ। ਫਿਰ ਥੋੜਾ ਜਿਹਾ ਰੁਕ ਕੇ ਕਹਿਣ ਲੱਗੇ, ਫੁਲਕਾਰੀਆਂ ਦੀ ਕਢਾਈ ਤਾਂ ਸਾਡੇ ਵੇਲੇ ਹੁੰਦੀ ਸੀ। ਅਸੀਂ ਸ਼ਹਿਰਾਂ ਵਿੱਚੋਂ ਕਈ ਰੰਗਾਂ ਦੇ ਪੱਟ ਮੰਗਵਾ ਲੈਂਦੀਆਂ, ਫਿਰ ਘਰ ਦੇ ਬੁਣੇ ਖੱਦਰ ਨੂੰ ਸੁਹਾ ਰੰਗ ਕੇ ਕਢਾਈ ਕਰਦੀਆਂ। ਕਢਾਈ ਦਾ ਚਾਅ ਇੰਨਾ ਹੁੰਦਾ ਸੀ ਕਿ ਤੜਕੇ ਨੇਰੇ ਹੀ ਉੱਠ ਕੇ ਰੋਟੀ ਟੁੱਕ ਤੇ ਗੋਹੇ ਕੂੜੇ ਦਾ ਕੰਮ ਮੁਕਾ ਛੱਡਣਾ, ਫਿਰ ਕੁੜੀਆਂ ਨੇ ਇਕੱਠੀਆਂ ਹੋ ਕੇ ਬਹਿ ਜਾਣਾ ਕਢਾਈ ਕਰਨ। ਤੇਰੀ ਨਾਨੀ ਦਾ ਹੱਥ ਤਾਂ ਇੰਨਾ ਸਾਫ਼ ਸੀ ਕਿ ਉਸਦੇ ਕੱਢੇ ਬਾਗਾਂ ਤੇ ਫੁਲਕਾਰੀਆਂ ਦੀਆਂ ਘਰ ਘਰ ਗੱਲਾਂ ਹੁੰਦੀਆਂ ਸਨ। ਉਹ ਆਪ ਹੀ ਨਵੇਂ ਨਮੂਨੇ ਕੱਢ ਲੈਂਦੀ ਸੀ। ਅਜੇ ਮਾਂ ਜੀ ਨੇ ਗੱਲ ਮੁਕਾਈ ਨਹੀਂ ਸੀ ਕਿ ਹਰਮੀਤ ਵਿੱਚੋਂ ਹੀ ਬੋਲ ਪਈ, ਮਾਂ ਜੀ, ਪਰ ਇੱਕ ਗੱਲ ਤਾਂ ਦੱਸੋ ਕਿ ਖੱਦਰ ਉੱਤੇ ਇੰਨੀ ਸੋਹਣੀ ਕਢਾਈ ਕਿਵੇਂ ਕਰ ਲੈਂਦੇ ਹੋ ਤੁਸੀਂ? ਮੈਥੋਂ ਤਾਂ ਦਸੂਤੀ ਉੱਤੇ ਵੀ ਕਈ ਵਾਰ ਠੀਕ ਫੁੱਲ ਨਹੀਂ ਪੈਂਦੇ। ਬਸ ਤੱਕ ਨਾਲ ਹੀ ਹੌਲੀ ਹੱਥ 'ਚ ਸਫਾਈ ਆ ਜਾਂਦੀ ਹੈ। ਫਿਰ ਤਾਂ ਅਸੀਂ ਗੱਲਾਂ ਵੀ ਕਰੀ ਜਾਂਦੀਆਂ, ਮਜਾਲ ਏ ਕਿਤੇ ਤੋਪਾ ਵੀ ਇੱਧਰ ਉੱਧਰ ਹੋ ਜਾਵੇ। ਨਾ ਤੈਨੂੰ ਇੱਕ ਹੋਰ ਗੱਲ ਦੱਸਾਂ, ਫੁਲਕਾਰੀ ਦੀ ਕਢਾਈ ਵੀ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ। ਮਾਂ ਜੀ ਨੇ ਦੱਸਿਆ। ਪੁੱਠੇ ਪਾਸੇ ਤੋਂ? ਉਹ ਕਿਵੇਂ ਮਾਂ ਜੀ? ਹਰਮੀਤ ਨੇ ਹੈਰਾਨ ਹੁੰਦਿਆਂ ਪੁੱਛਿਆ। ਇਹ ਕਦੇ? ਫਿਰ ਦੱਸਾਂਗੀ, ਆਪੇ ਹੌਲੀ ਸਿੱਖ ਜਾਏਂਗੀ। ਜੇ ਇੰਨਾ ਹੀ ਸ਼ੌਂਕ ਹੈ ਤਾਂ ਹਾਂ ਮਾਂ ਜੀ, ਮੈਂ ਜ਼ਰੂਰ ਸਿੱਖਾਂਗੀ। ਹਰਮੀਤ ਚਾਹ ਨਾਲ ਬੋਲੀ ਤੇ ਫਿਰ ਮਾਂ ਜੀ ਨੇ ਫੁਲਕਾਰੀਆਂ ਦੀਆਂ ਤਹਿਆਂ ਮਾਰਨ ਲੱਗ ਪਏ। ਇੱਕ ਟੂਲ ਦੀ ਫੁਲਕਾਰੀ ਉਹਨਾਂ ਪਾਸੇ ਕੱਢ ਕੇ ਰੱਖ ਦਿੱਤੀ। ਲੈ ਇਹ ਲੈ ਜਾਈਂ ਤੂੰ ਆਪਣੀ ਕਮੀਜ਼ ਬਣਾਉਣ ਵਾਸਤੇ, ਕਹਿੰਦੇ ਹੋਏ ਉਹ ਫੁਲਕਾਰੀਆਂ ਅੰਦਰ ਸੰਦੂਕ ਵਿੱਚ ਰੱਖਣ ਚਲੇ ਗਏ। ਔਖੇ ਸ਼ਬਦਾਂ ਦੇ ਅਰਥ। ਵਿਸਾਰ ਪੁੱਲ, ਸਬਾਤ ਛੱਤਦਾਰ ਰਸਤਾ ਜੋ ਦੋ ਕਮਰਿਆਂ ਨੂੰ ਮਿਲਾਏ। ਬੈਠਕ, ਉਹ ਕਮਰਾ ਜਿੱਥੇ ਮਹਿਮਾਨਾਂ ਨੂੰ ਬਿਠਾਇਆ ਜਾਵੇ। ਗੁੰਝਲਦਾਰ ਔਖਾ, ਕਸੀਦਾ ਕੱਪੜੇ ਤੇ ਸੂਈ ਨਾਲ ਕੱਢੇ ਵੇਲ ਬੂਟੇ। ਪੱਟ ਰੇਸ਼ਮ, ਸੂਹਾ ਲਾਲ, ਨਮੂਨੇ ਕਿਸੇ ਬਣੀ
ਕਿਸੇ ਬਣੀ ਹੋਈ ਚੀਜ਼ ਵਰਗੀ ਨਵੀਂ ਚੀਜ਼ ਬਣਾਉਣਾ। ਦਸੂਤੀ ਉਹ ਕੱਪੜਾ ਜਿਸ ਵਿੱਚ ਦੋ ਧਾਗੇ ਇਕੱਠੇ ਪਾ ਕੇ ਕਢਾਈ ਕੀਤੀ ਜਾਵੇ। ਸੰਦੂਕ ਲੱਕੜ ਦੀ ਬਣੀ ਹੋਈ ਪੇਟੀ। ਅਚੰਭਾ ਹੈਰਾਨ ਕਰਨ ਵਾਲਾ। ਤੋਪਾ ਟਾਂਕਾ ਖੱਦਰ ਮੋਟਾ ਸੂਤੀ ਕੱਪੜਾ। ਤੜਕੇ ਸਵੇਰੇ ਜਲਦੀ। ਤੜਕੇ ਸਵੇਰੇ ਜਲਦੀ। ਕੁਝ ਹੋਰ ਯਾਦ ਰੱਖਣਯੋਗ ਗੱਲਾਂ। ਹਰ ਖੇਤਰ ਦੇ ਪਹਿਰਾਵੇ ਵੱਖ-ਵੱਖ ਹੁੰਦੇ ਹਨ। ਫੁਲਕਾਰੀ ਪੰਜਾਬੀ ਸੱਭਿਆਚਾਰ ਵਿੱਚ ਸਗਨਾਂ ਦੀ ਚੀਜ਼ ਹੁੰਦੀ ਹੈ। ਮੁੰਡੇ ਦੇ ਵਿਆਹ ਸਮੇਂ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਕੁੜੀ ਦੇ ਵਿਆਹ ਸਮੇਂ ਸੁਹਾਗ। ਭੰਗੜਾ ਅਤੇ ਗਿੱਧਾ ਪੰਜਾਬੀਆਂ ਦੇ ਲੋਕ ਨਾਚ ਹਨ। ਭੰਗੜਾ ਅਤੇ ਗਿੱਧਾ ਪੰਜਾਬੀਆਂ ਦੇ ਲੋਕ ਨਾਚ ਹਨ।